पेश है विज्ञान लड़ीवार आउण वाला कल दी 17वीं कड़ी। प्यारे ਸਰੋਤਿਓ, बनावटी बौद्धिकता दी विज्ञान वरतों ते भविख बाबत साडे लड़ीवार आउण वाला कल दी 17वीं कड़ी बबलू दा रॉबर्ट विच निੱਘਾ स्वागत है। सत श्री अकाल, नमस्ते। हाँ जी, सत श्री अकाल। पिछली कड़ी ਵਿੱਚ ਅਸੀਂ ਸੁਣਿਆ ਸੀ ਸਾਰ ਤੱਤ ਪਿਛਲੀਆਂ 7 ਕੜੀਆਂ ਯਾਨੀ 9 ਤੋਂ 15 ਤੱਕ ਦਾ ਕਿ ਸਮਾਜ ਤੇ ਇਤਿਹਾਸ ਦੇ ਵਿਕਾਸ ਵਿੱਚ ਖੇਡਾਂ, ਲਿਖਤ, ਆਵਾਜ਼, ਕੁਦਰਤੀ ਭਾਸ਼ਾ ਆਦਿ ਦੀ ਪਹਿਚਾਣ ਦੀ ਕੀ ਹੈ ਮਹੱਤਤਾ। ਖੇਡਾਂ ਖੇਡਣਾ ਅਤੇ ਬਨਾਵਟੀ ਬੌਧਿਕਤਾ ਵਿੱਚ ਕੀਤੀ ਸੀ ਚਰਚਾ ਕਿ ਕਿਵੇਂ ਡੀਪ ਬਲੂ ਨਾਮੇ ਕੰਪਿਊਟਰ ਨੇ ਹਰਾ ਦਿੱਤਾ ਸੀ ਸ਼ਤਰੰਜ ਦੇ ਵਿਸ਼ਵ ਚੈਂਪੀਅਨ ਕਾਸਪਰੋਵ ਨੂੰ। ਇਸ ਕੜੀ ਵਿੱਚ ਮਿਲ ਗਈ ਸੀ ਝਲਕ ਸਾਨੂੰ ਕਿ ਕਿਵੇਂ ਬਣਾਉਟੀ ਬੌਧਿਕਤਾ ਨੇ ਖੇਡਾਂ ਦੇ ਖੇਤਰ ਵਿੱਚ ਪਹਿਲੀ ਵਾਰ ਜਿੱਤ ਪ੍ਰਾਪਤ ਕਰ ਲਈ ਸੀ ਇਨਸਾਨੀ ਦਿਮਾਗ ਦੇ ਉੱਪਰ ਸ਼ਤਰੰਜ ਦੀ ਖੇਡ ਰਾਹੀਂ। ਲਿਖਤ ਦੀ ਪਹਿਚਾਣ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ ਸੀ ਇਤਿਹਾਸ ਨੂੰ। ਲਿਖਤ ਸਾਡੀ ਸਹਾਇਤਾ ਕਰਦੀ ਹੈ ਵਿਅਕਤੀ ਨੂੰ ਤੇਜ਼ ਤੇ ਠੱਗੀ ਠੋਰੀ ਨੂੰ ਸਮਝਣ ਦੇ ਲਈ। ਹੋਈ ਸੀ ਗੱਲ ਕਿ ਅਜੇ ਤੱਕ ਹੜੱਪਾ ਸਭਿਅਤਾ ਦੀ ਲਿਖਤ ਦੀ ਪਹਿਚਾਣ ਹੋ ਕੇ ਨਾ ਪੜੇ ਜਾਣ ਕਾਰਨ ਲੁਕਿਆ ਪਿਆ ਹੈ ਬਹੁਤ ਸਾਰਾ ਇਤਿਹਾਸ। ਹਾਂਜੀ, ਸੁਣਾਈ ਸੀ ਕਹਾਣੀ ਕਿ ਕਿਵੇਂ ਬਣਾਉਟੀ ਬੌਧਿਕਤਾ ਦੇ ਸਹਾਰੇ ਪਹਿਚਾਣੀ ਜਾ ਸਕਦੀ ਹੈ ਕਿਸੇ ਵਿਅਕਤੀ ਦੀ ਲਿਖਤ। ਚਰਚਾ ਸੀ ਪਹਿਚਾਣ ਦੀ ਤਕਨੀਕ, ਸੰਭਾਵਨਾਵਾਂ, ਵਿਗਿਆਨ ਤੇ ਰੋਜ਼ਾਨਾ ਜੀਵਨ ਵਿੱਚ ਇਸ ਦੀ ਭੂਮਿਕਾ ਤੇ ਪਰਸਪਰ ਸੰਬੰਧਾਂ ਬਾਬਤ। ਬਣਾਉਟੀ ਬੌਧਿਕਤਾ ਦੇ ਸਹਾਰੇ ਮਨੁੱਖੀ ਲਿਖਤ ਦੀ ਪਹਿਚਾਣ ਨੇ ਕਿਵੇਂ ਸਿਰਜ ਦਿੱਤੀਆਂ ਸਨ ਵੱਖ-ਵੱਖ ਕਾਰਜ ਕਰਨ ਦੀਆਂ ਪ੍ਰਣਾਲੀਆਂ। ਕੁਦਰਤੀ ਭਾਸ਼ਾ ਪ੍ਰੋਸੈਸਿੰਗ ਜਾਂ NLP ਵਿੱਚ ਸੁਣਾਈ ਸੀ ਕਹਾਣੀ ਕਿ ਇਨਸਾਨ ਵੱਲੋਂ ਬੋਲੀ ਤੇ ਲਿਖੀ ਜਾਣ ਵਾਲੀ ਵਾਰਤਾ ਬਾਰੇ ਬਣਾਉਟੀ ਬੁੱਧੀ ਦੀ ਸਹਾਇਤਾ ਨਾਲ ਵਿਕਸਿਤ ਹੋਈ NLP ਨੇ ਕਿਵੇਂ ਸ਼ੁਰੂ ਕਰ ਦਿੱਤਾ ਹੈ ਆਪਣੇ ਆਪ ਉਲੱਥਾ ਕਰਨ ਦਾ ਕਾਰਜ। ਹਾਂਜੀ, ਗੱਲ ਤਾਂ ਇਹ ਵੀ ਹੋਈ ਸੀ ਕਿ ਇਸ NLP ਨੇ ਤਾਂ ਹਾਸਲ ਕਰ ਲਈ ਹੈ ਮੁਹਾਰਤ ਆਪਣੇ ਆਪ ਵਾਕ ਨੂੰ ਪੂਰਾ ਕਰਨ ਦੀ, ਸ਼ਬਦ ਜੋੜਾਂ ਦੀਆਂ ਗਲਤੀਆਂ ਨੂੰ ਸੋਧਣ ਦੀ, ਆਪਣੇ ਆਪ ਨਵਾਂ ਸ਼ਬਦ ਲਿਖ ਦੇਣ ਦੀ। ਹਾਂਜੀ, ਹੋਈ ਸੀ ਚਰਚਾ ਕਿ ਕਿਵੇਂ ਟੈਕਨੋਲੋਜੀ ਕਰਦੀ ਹੈ ਸਹਾਇਤਾ ਤੇਜ਼ ਤੇ ਸਹੀ ਲਿਖਣ ਦੇ ਅਮਲ ਨੂੰ ਸਿਰੇ ਚਾੜਨ ਦੇ ਲਈ। ਬਿਆਨ ਤਾਂ ਇਹ ਵੀ ਸੀ ਕਿ ਕਿਵੇਂ NLP ਦਾ ਇਹ ਖੇਤਰ ਭਾਸ਼ਾ ਵਿਗਿਆਨ ਦਾ, ਕੰਪਿਊਟਰ ਵਿਗਿਆਨ ਦਾ ਅਤੇ ਬਣਾਉਟੀ ਬੌਧਿਕਤਾ ਦਾ ਹੈ ਉਪ ਖੇਤਰ। ਦੋਸਤੋ, ਚਰਚਾ ਕੀਤੀ ਸੀ ਮਾਹਰ ਪ੍ਰਣਾਲੀਆਂ ਤੇ AI ਦੇ ਵਿਗਿਆਨ ਤੇ ਨਿਯਮਾਂ ਦੀ। ਸੁਣਾਇਆ ਸੀ ਬਿਰਤਾਂਤ ਕਿ ਕਿਵੇਂ ਇਹ ਮਾਹਰ ਪ੍ਰਣਾਲੀਆਂ ਨੇ ਕਹਾਣੀ, ਅੰਕੜੇ ਇਕੱਤਰ ਕਰਨ, ਸਾਰਣੀਆਂ ਬਣਾਉਣ, ਇਹਨਾਂ ਨੂੰ ਪ੍ਰੋਸੈਸ ਭਾਵ ਸੂਤਰਬੱਧ ਕਰਨ ਤੇ ਇਹਨਾਂ ਦਾ ਵਿਸ਼ਲੇਸ਼ਣ ਕਰਨ ਦੀ। ਇਹ ਵੀ ਹੋਇਆ ਸੀ ਕਿ ਵਾਰਤਾਲਾਪ ਦੇ ਮਾਹਰ ਪ੍ਰਣਾਲੀਆਂ ਅਮਲ ਦੇ ਰਹੇ ਵਿਕਸਿਤ ਹੋਏ ਸਾਫਟਵੇਅਰ ਦੀ ਵੱਖ-ਵੱਖ ਖੇਤਰਾਂ ਵਿੱਚ ਕੀ ਅਤੇ ਕਿੰਨੀ ਕੁ ਹੈ ਮਹੱਤਤਾ। ਮਿੱਤਰੋ, ਸੁਣਾਈ ਸੀ ਕਹਾਣੀ ਕਿ ਕਿਵੇਂ ਮਾਹਰ ਪ੍ਰਣਾਲੀਆਂ ਸਹਾਇਕ ਨੇ ਬਣਦੀਆਂ ਵੱਖ-ਵੱਖ ਖੇਤਰਾਂ ਦੇ ਵਿੱਚ, ਜਿਵੇਂ ਕਿ ਇਲਾਜ ਵਿਗਿਆਨ, ਪੈਟਰੋਲ ਪਾਈਪਲਾਈਨਾਂ, ਨਿਰੀਖਣ ਪ੍ਰਣਾਲੀਆਂ, ਧੋਖਾ ਧੜੀਆਂ ਦੀ ਪਹਿਚਾਣ, ਤਫਤੀਸ਼ ਤੇ ਨਿਗਰਾਨੀ ਆਦਿ ਦੇ ਖੇਤਰ ਵਿੱਚ। ਦ੍ਰਿਸ਼ਟੀ ਪ੍ਰਣਾਲੀਆਂ ਦੇ ਬਣਾਉਟੀ ਬੌਧਿਕਤਾ ਵਿੱਚ ਕਹਾਣੀ ਸੁਣਾਈ ਸੀ ਕਿ ਕਿਵੇਂ ਦ੍ਰਿਸ਼ਟੀ ਪ੍ਰਣਾਲੀਆਂ ਦੇ ਵਿਕਾਸ ਨੇ ਸੌਖਾ ਕਰ ਦਿੱਤਾ ਹੈ ਕੰਮ, ਕਾਰਖਾਨਿਆਂ ਵਿੱਚ ਬਣਦੇ ਮਾਲ ਉੱਪਰ ਨਜ਼ਰ ਰੱਖਣ ਦਾ। ਹਾਂਜੀ, ਹੋਇਆ ਸੀ ਵਾਰਤਾਲਾਪ ਕਿ ਕਿਵੇਂ ਇਹ ਦ੍ਰਿਸ਼ਟੀ ਪ੍ਰਣਾਲੀਆਂ ਕਰ ਲੈਂਦੀਆਂ ਨੇ ਪਛਾਣ ਨੁਕਸਦਾਰ ਵਸਤਾਂ ਦੀ ਅਸੈਂਬਲੀ ਲਾਈਨ ਵਿੱਚੋਂ ਹੀ ਕਰ ਦਿੰਦੀਆਂ ਨੇ ਇਹਨਾਂ ਨੁਕਸਦਾਰ ਉਤਪਾਦਾਂ ਨੂੰ ਆਪਣੇ ਆਪ ਵੱਖਰੇ। ਮੇਰੀ ਆਵਾਜ਼ ਹੀ ਮੇਰੀ ਪਹਿਚਾਣ ਹੈ ਵਿੱਚ ਸੁਣਾਈ ਗਈ ਸੀ ਵਾਰਤਾ ਕਿ ਕਿਵੇਂ ਬਣਾਉਟੀ ਬੌਧਿਕਤਾ ਦੇ ਰਾਹੀਂ ਵਿਕਸਿਤ ਹੁੰਦੀਆਂ ਨੇ ਉਹ ਪ੍ਰਣਾਲੀਆਂ ਜਿਹੜੀਆਂ ਕਰਦੀਆਂ ਨੇ ਪਹਿਚਾਣ ਕਿਸੇ ਵਿਅਕਤੀ ਦੀ ਆਵਾਜ਼ ਦੀ। ਦੋਸਤੋ, ਨਾਲ ਹੀ ਹੋਈ ਸੀ ਚਰਚਾ ਕਿ ਕੀ ਹੈ ਵਿਗਿਆਨ ਆਵਾਜ਼ ਪਹਿਚਾਣ ਪ੍ਰਣਾਲੀਆਂ ਦਾ, ਕਿਵੇਂ ਕਰਦੀਆਂ ਨੇ ਇਹ ਪੂਰੇ ਉਹ ਕਾਰਜ ਜਿਨ੍ਹਾਂ ਦੇ ਹੁਕਮ ਦਿੱਤੇ ਜਾਂਦੇ ਨੇ ਉਸ ਮਨੁੱਖੀ ਆਵਾਜ਼ ਦੇ ਰਾਹੀਂ। ਦੱਸ ਦਿੱਤੀ ਸੀ ਇਹ ਹਕੀਕਤ ਵੀ ਕਿ ਕਿਸ ਕੰਮ ਵਿੱਚ ਸਹਾਈ ਹੁੰਦੀਆਂ ਹਨ
ਸੀਰੀ, ਅਲੈਕਸਾ, ਈਕੋ ਤੇ ਗੂਗਲ ਸਹਾਇਕ ਵਰਗੀਆਂ ਪ੍ਰਣਾਲੀਆਂ ਤੇ ਯੰਤਰ। ਹਾਂਜੀ, ਬੁੱਧੀਮਾਨ ਰੋਬੋਟ ਵਿੱਚ ਕੀਤੀ ਗਈ ਸੀ ਚਰਚਾ ਸਾਡੇ ਰੋਜ਼ਮर्रा ਦੇ ਜੀਵਨ ਵਿੱਚ ਰੋਬੋਟ ਦੀ ਭੂਮਿਕਾ ਦੀ। ਸੁਣਾਇਆ ਗਿਆ ਸੀ ਹਾਲੇ ਬਿਆਨ ਕਿ ਬੁੱਧੀਮਾਨ ਰੋਬੋਟਾਂ ਰਾਹੀਂ ਕਿਵੇਂ ਸਾਡੀ ਜੀਵਨ ਸ਼ੈਲੀ ਵਿੱਚ ਆਏ ਹਨ ਬਦਲਾਅ ਅਤੇ ਕੀ ਹੈ ਇਹਨਾਂ ਦੀ ਭੂਮਿਕਾ ਸਮਾਜ ਅਤੇ ਪਰਿਆਵਰਣ ਦੇ ਖੇਤਰ ਦੇ ਵਿੱਚ। ਸਰੋਤਾ ਸੱਜਣੋ, ਚਰਚਾ ਰਾਹੀਂ ਇਹ ਵੀ ਪਾਇਆ ਗਿਆ ਸੀ ਚਾਨਣਾ ਕਿ ਕਿਵੇਂ ਬੁੱਧੀਮਾਨ ਰੋਬੋਟ ਹੋ ਰਹੇ ਨੇ ਸਾਡੇ ਲਈ ਸਹਾਈ ਸਿਹਤ, ਖੇਤੀ ਤੇ ਸਿੱਖਿਆ ਦੇ ਖੇਤਰਾਂ ਦੇ ਵਿੱਚ। ਚਰਚਾ ਸੀ ਕਿ ਬਨਾਵਟੀ ਬੌਧਿਕਤਾ ਦੇ ਰਾਹੀਂ ਦਸਤਖਤ ਪਹਿਚਾਣ ਹੁਣ ਰਵਾਇਤੀ ਫੋਰੈਂਸਿਕ ਲੈਬੋਰੇਟਰੀਆਂ ਵਿੱਚੋਂ ਨਿਕਲ ਕੇ ਆਈ ਹੈ ਬਾਹਰ। ਸੁਣਿਆ ਸੀ ਬਿਰਤਾਂਤ ਤੁਸੀਂ ਸਾਰਿਆਂ ਨੇ ਕਿ ਕਿਵੇਂ ਦਸਤਖਤ ਪਹਿਚਾਣ ਤਕਨੀਕਾਂ ਨੇ ਬਦਲ ਦਿੱਤੀ ਹੈ ਦੁਨੀਆ, ਨਿਆਂ ਪ੍ਰਣਾਲੀ ਦੀ ਵੀ। ਦਸਤਕਾਂ ਦੀ ਪਹਿਚਾਣ ਹੁਣ ਚਲੀ ਗਈ ਹੈ ਬਨਾਵਟੀ ਬੌਧਿਕਤਾ ਦੇ ਖੇਤਰ ਦੇ ਵਿੱਚ। ਮਿਲਦੀ ਹੈ ਸਹਾਇਤਾ ਇਹਨਾਂ ਦੇ ਨਜ਼ਰੀਏ ਫਰਾਡ ਰੋਕਣ, ਫਰਾਡ ਅਤੇ ਧੋਖਾਧੜੀ ਨੂੰ ਫੜਨ ਅਤੇ ਨਿਆਂ ਦੇਣ ਦੇ ਵਿੱਚ। ਕਹਾਣੀ ਸੀ ਕਿ ਕਿਵੇਂ ਸਿਗਨੇਚਰ ਰਿਕੋਗਨੀਸ਼ਨ ਤਕਨੀਕਾਂ ਦੀ ਪ੍ਰਣਾਲੀ ਬਣ ਗਈ ਹੈ ਸਾਡੇ ਜੀਵਨ ਦੀ ਡੋਰ ਲਈ ਚਰਚਾ ਦਾ ਮੁੱਖ ਮੁੱਦਾ, ਬਹੁਤ ਸਾਰੀਆਂ ਗੁੰਝਲਾਂ ਨੂੰ ਸੁਲਝਾਉਂਦੇ ਹੋਏ ਕਾਰਜਾਂ ਨੂੰ ਨੇਪਰੇ ਚਾੜਨ ਦਾ। ਸੁਣਾਵਾਂਗੇ ਅੱਜ ਅਸੀਂ ਕਹਾਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਗਿਆਨ ਸਿਧਾਂਤ, ਕਾਰਜ ਖੇਤਰ ਤੇ ਵਰਤੋਂ ਦੀ ਬਬਲੂ ਦਾ ਰੋਬੋਟ ਦੇ ਵਿੱਚ। ਹਾਂਜੀ ਸਰੋਤਾ ਸੱਜਣੋ, ਅਸੀਂ ਪੇਸ਼ ਕਰਾਂਗੇ ਅੱਜ ਕਿ ਕਿਵੇਂ ਬਬਲੂ ਦਾ ਰੋਬੋਟ ਦਾ ਹੋਵੇਗਾ ਆਗਾਜ਼ ਅਤੇ ਅਸੀਂ ਸੁਣਾਂਗੇ ਤੇ ਜਾਣਾਂਗੇ ਇਸ ਬਬਲੂ ਦਾ ਰੋਬੋਟ ਦੇ ਵਿਗਿਆਨ ਨੂੰ, ਇਸ ਦੇ ਨਿਯਮਾਂ ਨੂੰ ਤੇ ਅਮਲ ਨੂੰ ਵੀ। ਲਓ ਸੁਣੋ ਹੁਣ ਸਾਡੇ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਸਾਡੀ ਅੱਜ ਦੀ ਲੜੀ ਬਬਲੂ ਦਾ ਰੋਬੋਟ। ਮੇਰਾ ਗੋਲੂ ਨਾ ਰੇ ਪੁੱਤ ਨਾ, ਮੇਰੀ ਪਿਓਰੀ ਜੀ ਚਿੜੀ, ਮੰਮੀ ਛੇਤੀ ਆ ਜਾਣਗੇ ਪੁੱਤ, ਮੇਰਾ ਪਿਆਰਾ ਬੱਚਾ। ਓਹੋ ਪਾਪਾ ਜੀ, ਤੁਸੀਂ ਅਰਮਾਨ ਨੂੰ ਇੱਥੇ ਕਿਉਂ ਲੈ? ਅਜੇ ਮੈਂ ਆਪਣਾ ਕੰਮ ਕਰ ਰਿਹਾ। ਕੀ ਕਰਦਾ ਬਬਲੂ? ਅਰਮਾਨ ਤੇ ਚੁੱਪ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਲੱਗਦਾ ਹੈ ਨਾਮਕਾ ਦੇ ਵਾਪਸ ਆਉਣ ਤੱਕ ਇਸ ਤਰ੍ਹਾਂ ਹੀ ਰੋਂਦਾ ਹੀ ਰਹੇਗਾ। ਇਸ ਦੀ ਮਾਂ, ਮੇਰਾ ਮਤਲਬ ਦੀਦੀ ਕਿੱਥੇ ਹੈ? ਬੇਟੇ ਉਹ ਤੇ ਆਪਣਾ ਐਡਮਿਟ ਕਾਰਡ ਲੈਣ ਗਈ ਹੈ। ਅਗਲੇ ਸੋਮਵਾਰ ਤੋਂ ਉਸ ਦੀਆਂ MSc ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਨੇ ਨਾ। ਪਾਪਾ ਜੀ ਤੁਸੀਂ ਸਮਝ ਨਹੀਂ ਰਹੇ, ਇਹ ਤੁਹਾਡੇ ਤੋਂ ਚੁੱਪ ਨਹੀਂ ਹੋ ਸਕੇਗਾ। ਤੁਸੀਂ ਨਾ ਇਹਨੂੰ ਮੰਮੀ ਕੋਲ ਲੈ ਜਾਓ, ਉਹੀ ਇਹਨੂੰ ਚੁੱਪ ਕਰਾ ਸਕਦੇ ਨੇ। ਪਰ ਪੁੱਤਰ ਰਸੋਈ 'ਚ ਕਿੰਨਾ ਕੰਮ ਪਿਆ ਹੈ ਜੀ, ਖਾਣਾ ਕਿਵੇਂ ਬਣੇਗਾ? ਹਾਂ ਇਹ ਤਾਂ ਹੈ, ਮੈਨੂੰ ਤਾਂ ਲੱਗਿਆ ਸੀ ਕਿ ਤੁਸੀਂ ਸਕੂਲ ਚਲੇ ਗਏ ਹੋਵੋਗੇ। ਅੱਜ ਤਾਂ ਤੁਸੀਂ ਸਕੂਲ 'ਚ ਅਧਿਆਪਕਾਂ ਦੀ ਇੱਕ ਮੀਟਿੰਗ 'ਚ ਵੀ ਜਾਣਾ ਸੀ ਨਾ? ਹਾਂ ਬੇਟਾ, ਮੀਟਿੰਗ 'ਚ ਜਾਣਾ ਤੇ ਸੀ। ਦਰਅਸਲ ਛੁੱਟੀਆਂ 'ਚ ਹਰ ਹਫ਼ਤੇ ਅਸੀਂ ਸਕੂਲ ਦੇ ਪਾਠਕ੍ਰਮ ਬਾਬਤ ਗੱਲਬਾਤ ਕਰਦੇ ਹਾਂ। ਉਹ ਮੈਂ ਸੋਚਿਆ ਕਿ ਅਰਮਾਨ ਦੀ ਦੇਖਭਾਲ ਦੇ ਲਈ ਚਲੋ ਘਰ ਹੀ ਰਹਿ ਲੈਣਾ ਅੱਜ। ਪਰ ਪਾਪਾ ਜੀ, ਜੇਕਰ ਇਸੇ ਤਰ੍ਹਾਂ ਚੀਕ ਕੇ ਰੋਂਦਾ ਰਿਹਾ ਤਾਂ ਫਿਰ ਮੈਂ ਆਪਣਾ ਕੰਮ ਕਿਵੇਂ ਕਰ ਸਕਾਂਗਾ? ਬੇਟੇ ਬਬਲੂ, ਤੂੰ ਇਹੋ ਜਿਹਾ ਕੀ ਕਰ ਰਿਹਾ ਜਿਹੜਾ ਇੰਨਾ ਪਰੇਸ਼ਾਨ ਹੋ ਰਿਹਾ? ਪਾਪਾ ਜੀ ਤੁਹਾਨੂੰ ਪਤਾ ਤਾਂ ਹੈ, ਮੈਂ ਆਪਣੇ ਰੋਬੋਟ ਨੂੰ ਫਿਨਿਸ਼ਿੰਗ ਟੱਚ ਦੇ ਰਿਹਾ। ਟੈਕ ਫੇਅਰ ਸ਼ੁਰੂ ਹੋਣ 'ਚ ਹੁਣ ਸਿਰਫ 3 ਹੀ ਦਿਨ ਬਾਕੀ ਨੇ। ਓ ਮੈਨੂੰ ਤੇ ਲੱਗਿਆ ਕਿ ਤੂੰ ਸਭ ਕੁਝ ਨਵੇੜ ਲਿਆ ਹੋਣਾ। ਨਹੀਂ ਜੀ, ਅਜੇ ਤਾਂ ਇਸ 'ਚ ਬਾਹਰ ਦੇ ਵੱਲ ਸੁਰੱਖਿਆ ਦੇ ਲਈ ਇੱਕ ਹੋਰ ਪਰਤ ਲਗਾਣੀ ਹੈ। ਟੈਕ ਫੇਅਰ 'ਚ ਦੂਸਰੇ ਰੋਬੋਟ ਦੇ ਨਾਲ ਮੁਕਾਬਲੇ 'ਚ ਤਾਂ ਬਹੁਤ ਡਿੱਗਣਾ ਪਟਕਣਾ ਹੁੰਦਾ ਹੈ। ਮੈਂ ਇਸ ਨੂੰ ਇੱਕ ਨਰਮ ਪੋਲੀਮਰ ਨਾਲ ਪੂਰੀ ਤਰ੍ਹਾਂ ਕਵਰ ਕਰ ਦਿਆਂਗਾ, ਜਿਸ ਨਾਲ ਇਹ ਝਟਕਿਆਂ ਨੂੰ ਸਹਿਣ ਕਰ ਸਕੇ। ਓਏ ਹੋਏ ਹੋਏ, ਅੱਛਾ ਤਾਂ ਇਹ ਟੈਕ ਫੇਅਰ 'ਚ ਦੂਸਰੇ ਰੋਬੋਟ ਨਾਲ ਮੁਕਾਬਲਾ ਵੀ ਕਰੇਗਾ? ਹਾਂਜੀ। ਓ ਮੈਂ ਤਾਂ ਸੋਚ ਰਿਹਾ ਸੀ ਕਿਤੇ ਖੜਾ ਹੋ ਕੇ ਆਪਣੀਆਂ ਹਰਕਤਾਂ ਨਾਲ ਲੋਕਾਂ ਨੂੰ ਖਿੱਚਣ ਦੀ ਕੋਸ਼ਿਸ਼ ਹੀ ਕਰੇਗਾ। ਨਹੀਂ, ਉੱਥੇ ਤਾਂ ਹੋਰ ਵੀ ਬਹੁਤ ਕੁਝ ਮਜ਼ੇਦਾਰ ਹੋਣ ਵਾਲਾ ਹੈ। ਉੱਥੇ ਰੋਬੋਟਾਂ ਦਾ ਇੱਕ ਮੁਕਾਬਲਾ ਹੋਏਗਾ ਜਿਸ 'ਚ ਕਿਸੇ ਖਾਸ ਰੰਗ ਦੀ ਬਾਲ ਨੂੰ ਇੱਕ ਛੇਦ 'ਚ ਪਾਉਣ ਦੀ ਕੋਸ਼ਿਸ਼ ਕਰਨੀ ਹੋਏਗੀ। ਬਚ ਬੱਚੇ ਬਚ। ਬਬਲੂ ਇੱਕ ਆਈਡੀਆ, ਇੱਕ ਸ਼ਾਨਦਾਰ ਆਈਡੀਆ। ਇਸ ਤਰ੍ਹਾਂ ਕਰ, ਤੂੰ ਰੋਬੋਟ ਦਾ ਇੱਕ ਡੈਮੋ ਦਿਖਾ ਦੇ, ਸ਼ਾਇਦ ਰੋਬੋਟ ਨੂੰ ਵੇਖ ਕੇ ਹੀ ਅਰਮਾਨ ਕੁਝ ਸ਼ਾਂਤ ਹੋ ਜਾਵੇ। ਕਿਉਂ, ਠੀਕ ਰਹੇਗਾ ਨਾ? ਮੈਨੂੰ ਵੀ ਰੋਬੋਟ ਦੀ ਹਰਕਤ ਦੇਖਣ ਦਾ ਮੌਕਾ ਮਿਲ ਜਾਏਗਾ। ਤੁਸੀਂ ਵੇਖਣਾ ਚਾਹੁੰਦੇ ਹੋ ਪਿਤਾ ਜੀ? ਇੱਕ ਮਿੰਟ ਰੁਕੋ। ਇੱਧਰ ਇਹ ਕਿਸੇ ਗੱਡੀ ਦੇ ਵਾਂਗ ਵਿਖਾਈ ਦੇ ਰਿਹਾ ਨਾ ਤੁਹਾਨੂੰ? ਹਾਂ ਬੇਟਾ, ਪਰ ਪਹਿਲਾਂ ਤਾਂ ਲੋਕ ਸੋਚਦੇ ਸੀ ਕਿ ਰੋਬੋਟ ਵੀ ਕਿਸੇ ਇਨਸਾਨ ਦੇ ਵਾਂਗ ਹੀ ਦਿਖਾਈ ਦਿੰਦਾ ਹੋਵੇਗਾ। 2 ਹੱਥ 2 ਪੈਰ। ਹਾਂਜੀ, ਬਾਜ਼ਾਰ 'ਚ ਰੋਬੋਟ ਦੇ ਨਾਲ ਅਜਿਹੇ ਕਈ ਖਿਡੌਣੇ ਮਿਲ ਜਾਂਦੇ ਨੇ ਜਿਹੜੇ ਮਨੁੱਖਾਂ ਦੇ ਵਾਂਗ ਹੀ ਦਿਖਾਈ ਦਿੰਦੇ ਨੇ। ਉਹ ਜ਼ਿਆਦਾ ਹਰਕਤ ਤਾਂ ਨਹੀਂ ਕਰਦੇ, ਪਰ ਛੋਟੇ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਨੇ।
ਬਸ ਬੇਟਾ ਬਸ। ਪਿਤਾ ਜੀ, ਮੈਂ ਤੁਹਾਡੇ ਨਾਲ ਦੇ ਇੱਕ ਅਧਿਆਪਕ ਦੇ ਘਰ ਵਿੱਚ ਇੱਕ ਅਜਿਹਾ ਰਿਪੋਰਟ ਵੇਖਿਆ ਸੀ ਜਿਹੜਾ ਕੁਝ ਸਵਾਲਾਂ ਦੇ ਜਵਾਬ ਦੇ ਰਿਹਾ ਸੀ। ਉਹ ਬੇਟਾ ਤੂੰ ਹਜੇ ਆਪਣਾ ਖੇਡ ਤਾਂ ਸ਼ੁਰੂ ਕਰ। ਦੇਖ ਜ਼ਰਾ, ਅਰਮਾਨ ਨੇ ਤਾਂ ਰੋ ਰੋ ਕੇ ਅਸਮਾਨ ਸਿਰ ਤੇ ਚੁੱਕਿਆ ਹੈ। ਵੇਖੋ ਅਰਮਾਨ, ਅਰਮਾਨ ਇਹ ਵੇਖੋ, ਇਹ ਕਿਵੇਂ ਘੁੰਮ ਰਿਹਾ ਹੈ। ਦੇਖੋ ਦੇਖੋ ਦੇਖੋ, ਵੇਖੋ ਹੁਣ ਇਹ ਗੇਂਦ ਨੂੰ ਚੁੱਕੇਗਾ। ਇਹ ਵੇਖੋ ਇਦਾਂ, ਇਹ ਦੇਖੋ। ਉਹ ਬੇਟਾ ਬਬਲੂ ਦੇਖ ਦੇਖ ਦੇ, ਉਹ ਰਿਮੋਟ ਨੂੰ ਜ਼ਰਾ ਢੰਗ ਨਾਲ ਫੜ ਬੇਟਾ। ਦੇਖ ਕਾਫੀ ਨਾਜ਼ੁਕ ਲੱਗ ਰਿਹਾ ਹੈ, ਤੈਨੂੰ ਇਹਦੇ ਬਟਨ ਬਹੁਤ ਸਾਵਧਾਨੀ ਨਾਲ ਦਬਾਉਣੇ ਚਾਹੀਦੇ ਨੇ ਪੁੱਤਰ। ਠੀਕ ਹੈ ਪਾਪਾ ਜੀ। ਉਂਝ ਅਜੇ ਵੀ ਇੱਕ ਦਿੱਕਤ ਹੈ। ਰੋਬੋਟ ਸਾਰੇ ਪਾਸੇ ਆਸਾਨੀ ਨਾਲ ਘੁੰਮ ਰਿਹਾ ਹੈ, ਪਰ ਜਦੋਂ ਇਸ ਨੂੰ ਖੱਬੇ ਪਾਸੇ ਮੋੜਦਾ ਨਾ ਤਾਂ ਮੁਸ਼ਕਿਲ ਆ ਰਹੀ ਹੈ ਥੋੜੀ ਜੀ। ਪਰ ਇਸ ਨੇ ਸਾਡੀ ਇੱਕ ਮੁਸ਼ਕਲ ਤਾਂ ਦੂਰ ਕਰ ਹੀ ਦਿੱਤੀ ਹੈ। ਦੇਖੋ ਅਰਮਾਨ ਨੇ ਰੋਣਾ ਬੰਦ ਕਰ ਦਿੱਤਾ ਹੈ। ਹਾਂ ਪਸੰਦ ਹੈ। ਦੇਖੋ ਲੱਗਦਾ ਇਹਨੂੰ ਰੋਬੋਟ ਬਹੁਤ ਪਸੰਦ ਆ ਰਿਹਾ ਹੈ। ਪਾਪਾ ਜੀ ਅੱਛਾ, ਹੁਣ ਮੇਰਾ ਰੋਬੋਟ ਬਸ ਹੁਣ ਇਹ ਕੰਮ ਨੂੰ ਰਹਿ ਗਿਆ। ਉਹ ਨਹੀਂ ਨਹੀਂ ਬੇਟਾ, ਪਰ ਤੈਨੂੰ ਇਹਦੀ ਨਾ ਘੁੰਮਣ ਵਾਲੀ ਦਿੱਕਤ ਨੂੰ ਦੂਰ ਤਾਂ ਕਰਨਾ ਹੀ ਪਏਗਾ। ਦੇਖ ਦੇਖ ਜ਼ਰਾ, ਕਿਤੇ ਰੋਬੋਟ ਦੇ ਸਾਹਮਣੇ ਵਾਲੇ ਵੀਲ ਦੇ ਡਿਜ਼ਾਈਨ 'ਚ ਕੋਈ ਗੜਬੜੀ ਤਾਂ ਨਹੀਂ? ਉਸ ਤੇ ਤਾਂ ਮੈਂ ਕੁਝ ਨਹੀਂ ਕਰ ਸਕਦਾ ਪਿਤਾ ਜੀ। ਬਾਜ਼ਾਰ 'ਚ ਜਿਹੜਾ ਕੁਝ ਮਿਲ ਸਕਿਆ ਮੈਂ ਤਾਂ ਉਹੀ ਲਾਇਆ। ਵੈਸੇ ਤਾਂ ਆਨਲਾਈਨ ਖਰੀਦਾਰੀ ਕਰਕੇ ਵਿਦੇਸ਼ੋਂ ਵੀ ਰੋਬੋਟ ਦੇ ਢਾਂਚੇ ਨੂੰ ਮੰਗਾਇਆ ਜਾ ਸਕਦਾ, ਪਰ ਉਹ 8-10 ਗੁਣਾ ਮਹਿੰਗਾ ਹੋਏਗਾ। ਇਹ ਤਾਂ ਸਹੀ ਹੈ, ਪਰ ਬਬਲੂ ਤੈਨੂੰ ਪਤਾ ਹੈ ਵੀ ਇਸ ਦੇ ਵਿੱਚ AI ਮਤਲਬ ਆਰਟੀਫਿਸ਼ੀਅਲ ਇੰਟੈਲੀਜੈਂਸ ਕਾਫੀ ਮਦਦਗਾਰ ਹੋ ਸਕਦੀ ਹੈ। ਕੀ ਕਿਹਾ? AI? ਪਾਪਾ ਜੀ, ਇਸ ਮਾਮੂਲੀ ਜਿਹੇ ਰੋਬੋਟ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕਲਪਨਾ ਵੀ ਮੁਸ਼ਕਿਲ ਹੈ। AI ਭਲਾ ਇਸ 'ਚ ਕਿਵੇਂ ਕੰਮ ਕਰੇਗੀ? ਵੈਸੇ ਸੱਚ ਆਖਾਂ ਤਾਂ ਮੈਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਹੈ ਨਹੀਂ। ਹਾਂ ਬਬਲੂ, ਇਹ ਤਾਂ ਤੈਨੂੰ ਪਤਾ ਹੀ ਹੈ ਕਿ ਤੇਰੀ ਦੀਦੀ ਨੂੰ ਵੀ AI 'ਚ ਕਾਫੀ ਦਿਲਚਸਪੀ ਹੈ। ਉਸ ਦਾ ਇਰਾਦਾ ਤਾਂ AI 'ਚ ਖੋਜ ਕਰਨ ਦਾ ਹੀ ਸੀ। ਮੈਨੂੰ ਠੀਕ ਠੀਕ ਤਾਂ ਯਾਦ ਨਹੀਂ, ਪਰ ਅਨਾਮਿਕਾ ਦੇ ਇੱਕ ਪ੍ਰੋਫੈਸਰ ਨੇ ਉਸ ਨੂੰ ਇੱਕ ਖੋਜ ਸੈਂਟਰ ਬਾਰੇ ਭਰੋਸਾ ਵੀ ਦਿਵਾਇਆ ਸੀ। ਅੱਛਾ, ਮੈਨੂੰ ਤਾਂ ਇਹ ਬਿਲਕੁਲ ਵੀ ਨਹੀਂ ਪਤਾ। ਫਿਰ ਕੀ ਹੋਇਆ ਪਾਪਾ ਜੀ? ਦੇਖ ਬਬਲੂ ਬੇਟਾ, ਹਮੇਸ਼ਾ ਸਭ ਕੁਝ ਸਾਡੇ ਹਿਸਾਬ ਨਾਲ ਤੇ ਹੁੰਦਾ ਨਹੀਂ। ਰਿਤੇਸ਼ ਤੇ ਅਨਾਮਿਕਾ ਇੱਕ ਦੂਜੇ ਨੂੰ ਪਿਆਰ ਕਰਦੇ ਸਨ। ਉਹਨਾਂ ਦਾ ਇਰਾਦਾ ਸੀ ਕਿ ਪੜ੍ਹਾਈ ਪੂਰੀ ਕਰਨ ਦੇ ਬਾਅਦ ਹੀ ਉਹ ਸ਼ਾਦੀ ਕਰਨਗੇ। ਪਰ ਇਸੇ ਦੌਰਾਨ ਰਿਤੇਸ਼ ਦੀ ਮਾਂ ਬਿਮਾਰ ਹੋ ਗਈ ਤੇ ਡਾਕਟਰ ਨੇ ਆਖ ਦਿੱਤਾ ਕਿ ਰਿਤੇਸ਼ ਦੇ ਮਾਤਾ ਜੀ ਹੁਣ ਕੁਝ ਹੀ ਦਿਨਾਂ ਦੇ ਮਹਿਮਾਨ ਨੇ। ਓਹ, ਇਹ ਤਾਂ ਬਹੁਤ ਮਾੜਾ ਹੋਇਆ ਪਿਤਾ ਜੀ। ਦਰਅਸਲ ਰਿਤੇਸ਼ ਦੀ ਮਾਂ ਦੀ ਤਮੰਨਾ ਸੀ ਕਿ ਉਹ ਅਨਾਮਿਕਾ ਨੂੰ ਆਪਣੀ ਨੂੰਹ ਦੇ ਰੂਪ ਵਿੱਚ ਵੇਖ ਸਕੇ। ਇਸ ਕਰਕੇ ਸਾਨੂੰ ਜਲਦੀ ਸ਼ਾਦੀ ਕਰਨੀ ਪਈ। ਉਦੋਂ ਤੱਕ ਤਾਂ MSc ਦੀ ਫਸਟ ਈਅਰ ਦੀ ਪੜ੍ਹਾਈ ਪੂਰੀ ਹੋਈ ਸੀ। ਕੀ ਜੀ, ਬਬਲੂ ਨੂੰ ਇਹ ਸਭ ਦੱਸਣ ਦੀ ਕੀ ਲੋੜ ਸੀ? ਤੁਸੀਂ ਵੀ ਨਾ ਬਸ ਕੁਝ ਸਮਝਦੇ ਹੀ ਨਹੀਂ। ਹੁਣ ਮੈਂ ਵੀ ਵੱਡਾ ਹੋ ਗਿਆ ਮੰਮੀ। ਤੁਸੀਂ ਮੈਨੂੰ ਹਮੇਸ਼ਾ ਛੋਟਾ ਹੀ ਸਮਝਦੇ ਹੋ। ਅੱਜ ਤੱਕ ਤੁਸੀਂ ਤਾਂ ਮੈਨੂੰ ਇਹ ਦੱਸਿਆ ਹੀ ਨਹੀਂ। ਓਹੋ, ਜਿਵੇਂ ਦਾ ਬਾਪ ਉਵੇਂ ਦਾ ਪੁੱਤ। ਵੇਖੋ ਤੁਸੀਂ ਦੋਵਾਂ ਨੇ ਧਿਆਨ ਹੀ ਨਹੀਂ ਦਿੱਤਾ। ਅਰਮਾਨ ਸੌਂ ਵੀ ਗਿਆ ਹੈ। ਲਿਆਓ ਫੜਾਓ, ਅਰਮਾਨ ਨੂੰ ਮੇਰੀ ਗੋਦੀ 'ਚ ਦੇ ਦਿਓ। ਲਓ ਜ਼ਰਾ ਧਿਆਨ ਨਾਲ। ਲਿਆਓ ਧਿਆਨ ਨਾਲ। ਮੈਨੂੰ ਨਾ ਸਿਖਾਓ ਬੱਚਿਆਂ ਨੂੰ ਕਿਵੇਂ ਫੜਦੇ ਨੇ। ਇਹਨਾਂ ਦੋਵੇਂ ਬੱਚਿਆਂ ਨੂੰ ਮੈਂ ਹੀ ਪਾਲ ਪੋਸ ਕੇ ਵੱਡਾ ਕੀਤਾ ਹੈ। ਠੀਕ ਹੈ ਭਗਵਾਨ ਨੇ, ਤੂੰ ਜਿੱਤੀ ਤੇ ਮੈਂ ਹਾਰਿਆ। ਹੁਣ ਖੁਸ਼ ਹੈ? ਬਬਲੂ, ਤੇਰੇ ਦੀਦੀ ਤਾਂ ਲੇਟ ਆਉਣਗੇ। ਉਦੋਂ ਤੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਬਾਰੇ ਗੱਲ ਹੀ ਕਰ ਲੈਂਦੇ ਆਪਾਂ ਥੋੜ੍ਹੀ ਬਹੁਤ। ਠੀਕ ਹੈ ਪਾਪਾ ਜੀ। ਪਰ ਤੁਸੀਂ ਦੋਵੇਂ ਨਾ ਸਮੇਂ ਸਿਰ ਨਹਾ ਲਿਓ। ਗਰਮੀਆਂ ਦੀਆਂ ਛੁੱਟੀਆਂ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਰੋਜ਼ਮਰਾ ਦੇ ਕੰਮ ਜਿਹੜੇ ਆ ਸਮੇਂ ਸਿਰ ਨਾ ਕਰੋ। ਅੱਧੇ ਘੰਟੇ ਬਾਅਦ ਮੈਂ ਖਾਣਾ ਲਾ ਦਿੰਦੀ ਹਾਂ। ਅਨੂ ਨੂੰ ਸ਼ਾਇਦ ਦੇਰ ਹੋ ਜਾਵੇਗੀ। ਜਦੋਂ ਮੁੜ ਕੇ ਆਏਗੀ ਤੇ ਮੈਂ ਝਟਪਟ ਉਹਨੂੰ ਕੁਝ ਬਣਾ ਦਿਆਂਗੀ। ਮੰਮੀ ਜ਼ੋਰ ਨਾ ਬੋਲੋ, ਅਰਮਾਨ ਉੱਠ ਜਾਏਗਾ। ਠੀਕ ਹੈ, ਪਰ ਹੁਣ ਤੁਸੀਂ ਨਹਾ ਲਓ ਨਾ। ਹੁਣ ਕੁਝ ਖਬਰਾਂ ਟੈਕਨੋਲੋਜੀ ਦੀ ਦੁਨੀਆ ਤੋਂ। ਜਰਮਨੀ 'ਚ ਕਾਰ ਬਣਾਉਣ ਵਾਲੀ ਇੱਕ ਮਸ਼ਹੂਰ ਕੰਪਨੀ ਤੇ ਇੱਕ ਪ੍ਰਮੁੱਖ ਗ੍ਰਾਫਿਕਸ ਚਿਪ ਨਿਰਮਾਤਾ ਕੰਪਨੀ ਨੇ ਨਵੀਂ ਆਧੁਨਿਕ ਕਾਰਾਂ ਦੇ ਨਿਰਮਾਣ ਦੇ ਲਈ ਹੱਥ ਮਿਲਾਇਆ। ਆਟੋਮੋਬਾਈਲ ਕੰਪਨੀ ਦੇ ਬੁਲਾਰੇ ਦੇ ਮੁਤਾਬਿਕ ਇਸ ਸਮਝੌਤੇ ਨਾਲ ਅਨੋਖੀਆਂ ਆਟੋਨੋਮਸ ਕਾਰਾਂ ਦਾ ਨਿਰਮਾਣ ਕੀਤਾ ਜਾ ਸਕੇਗਾ। ਇਨ੍ਹਾਂ ਕਾਰਾਂ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਹੋਵੇਗਾ ਤੇ ਇਹ ਕਾਰਾਂ ਸੜਕ ਤੇ ਦੌੜਨ ਦੇ ਲਈ ਡਰਾਈਵਰ ਦੀਆਂ ਮੁਹਤਾਜ ਨਹੀਂ ਰਹਿਣਗੀਆਂ। ਕੰਪਨੀ ਨੂੰ ਉਮੀਦ ਹੈ ਕਿ ਇਹ ਯੋਜਨਾ 3 ਸਾਲਾਂ 'ਚ ਪੂਰੀ ਹੋ ਜਾਏਗੀ। ਅੱਜ ਦੇ ਲਈ ਖਬਰਾਂ 'ਚ ਸਿਰਫ ਇੰਨਾ ਹੀ।
ਨਮਸਕਾਰ। ਪਾਪਾ ਜੀ, ਤੁਹਾਨੂੰ ਤਾਂ ਪਤਾ ਹੀ ਹੈ ਨਾ, ਮੈਂ ਇਸੇ ਵਿਸ਼ੇ ਤੇ ਖੋਜ ਕਰਨ ਵਾਲੀ ਸੀ। ਆਟੋਮੋਬਾਈਲ 'ਚ AI ਨੂੰ ਲੈ ਕੇ ਪਰ ਦੀਦੀ ਤੁਹਾਡਾ ਵਿਸ਼ਾ ਤਾਂ ਫਿਜ਼ਿਕਸ ਹੈ ਨਾ। ਮੈਨੂੰ ਲੱਗਿਆ ਕਿ ਹਾਂ, ਤੈਨੂੰ ਤਾਂ ਲੱਗਦਾ ਹੈ ਕਿ ਸਿਰਫ ਇੰਜੀਨੀਅਰੀ ਐਂਡ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਖੋਜ ਕਰ ਸਕਦੇ ਨੇ, ਜਦ ਕਿ ਅੱਜ ਦੇ ਦੌਰ ਦੀ ਅਜਿਹੀ ਕੋਈ ਪਾਬੰਦੀ ਨਹੀਂ ਹੈ। ਆਪਣੇ ਵਿਸ਼ੇ ਨਾਲ ਜੁੜੇ ਦੂਜੇ ਮੁੱਦਿਆਂ ਤੇ ਵੀ ਅਸੀਂ ਆਸਾਨੀ ਨਾਲ ਕੰਮ ਕਰ ਸਕਦੇ ਹਾਂ। ਹੁਣ ਇੰਨੇ ਸਾਲਾਂ ਬਾਅਦ ਤੇਰੀ MSc ਪੂਰੀ ਹੋਵੇਗੀ, ਤਾਂ ਕਿ ਹੁਣ ਵੀ ਤੈਨੂੰ ਅਜਿਹੇ ਮੌਕੇ ਮਿਲ ਸਕਦੇ ਹਨ। ਕੁਝ ਜ਼ਿਆਦਾ ਕੋਸ਼ਿਸ਼ ਕਰਨੀ ਪਏਗੀ, ਹੋਰ ਕੀ ਹੈ। ਪਰ ਮੈਨੂੰ ਯਕੀਨ ਹੈ ਕਿ ਦੇਰ ਸਵੇਰ ਅਨੂ ਆਪਣੇ ਸੁਪਨਿਆਂ ਨੂੰ ਜ਼ਰੂਰ ਸਾਕਾਰ ਕਰ ਲਏਗੀ। ਦੇਖ ਬਬਲੂ, ਆਟੋਮੋਬਾਈਲ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਜ਼ਿਆਦਾ ਔਖੀ ਗੱਲ ਨਹੀਂ। ਬਸ ਮਸ਼ੀਨਾਂ ਨੂੰ ਸਿਰਫ ਇਹੀ ਸਿਖਾਉਣਾ ਹੁੰਦਾ ਹੈ ਕਿ ਸੜਕ ਸੁਰੱਖਿਆ ਦੇ ਨਿਯਮਾਂ ਨੂੰ ਕਿਵੇਂ ਸਮਝਿਆ ਜਾਵੇ। ਕਾਰਾਂ 'ਚ ਮੌਜੂਦ ਕੰਪਿਊਟਰ ਦਾ ਐਲਗੋਰਿਦਮ ਕੁਝ ਇੱਦਾਂ ਲਿਖਣਾ ਹੋਵੇਗਾ ਕਿ ਉਹ ਸੜਕ ਸੁਰੱਖਿਆ ਦੀਆਂ ਗੱਲਾਂ ਨੂੰ ਸਮਝ ਲੈਣ, ਜਿਵੇਂ ਕਿ ਟ੍ਰੈਫਿਕ ਲਾਈਟ ਜਾਂ ਫਿਰ ਸਾਈਨ ਪੋਸਟ। ਐਲਗੋਰਿਦਮ ਇਹ ਕਿਹੜੀ ਬਲਾ ਹੈ ਦੀਦੀ? ਲੱਗ ਰਿਹਾ ਕਿ ਜਿਵੇਂ ਕਿਸੇ ਨੇ ਐਲਜੈਬਰਾ ਤੇ ਰਿਦਮ ਨੂੰ ਇਕੱਠਾ ਮਿਲਾ ਕੇ ਰੱਖ ਦਿੱਤਾ ਹੋਵੇ। ਮੈਂ ਦੱਸਦੀ ਹਾਂ, ਐਲਗੋਰਿਦਮ ਦਰਅਸਲ ਕਿਸੇ ਵੀ ਕੰਪਿਊਟਰ ਪ੍ਰੋਗਰਾਮ ਦਾ ਆਧਾਰ ਹੈ। ਇਹਨੂੰ ਇੱਦਾਂ ਵੀ ਸਮਝ ਸਕਦੇ ਹਾਂ ਕਿ ਲਗਾਤਾਰ ਹਿਸਾਬ ਲਗਾਉਣ ਦੀ ਇੱਕ ਤਰਕੀਬ ਹੈ। ਡਿਜੀਟਲ ਕੰਮਕਾਜ ਦਾ ਕਾਫੀ ਦਾਰਮਦਾਰ ਐਲਗੋਰਿਦਮ 'ਤੇ ਹੀ ਹੁੰਦਾ ਹੈ। ਜੇ ਅਸੀਂ ਸਹੀ ਅੰਦਾਜ਼ 'ਚ ਐਲਗੋਰਿਦਮ ਤਿਆਰ ਕਰ ਸਕੀਏ ਤਾਂ ਕੰਪਿਊਟਰ ਵੀ ਉਨੀ ਹੀ ਆਸਾਨੀ ਨਾਲ ਨਿਰਦੇਸ਼ਾਂ ਨੂੰ ਸਮਝ ਸਕਦਾ ਹੈ ਤੇ ਸਿੱਖ ਵੀ ਸਕਦਾ ਹੈ। ਸ਼ਾਇਦ ਤੁਹਾਡਾ ਮਤਲਬ ਮਸ਼ੀਨ ਲਰਨਿੰਗ ਤੋਂ ਹੈ। ਇਸ ਦਾ ਜ਼ਿਕਰ ਤਾਂ ਡੋਨਾਲਡ ਹੱਬ ਨੇ ਸਨ 1949 'ਚ ਆਪਣੀ ਮਸ਼ਹੂਰ ਕਿਤਾਬ ਦ ਆਰਗੇਨਾਈਜੇਸ਼ਨ ਆਫ ਬਿਹੇਵੀਅਰ 'ਚ ਕੀਤਾ ਸੀ। ਅੱਛਾ, ਮਤਲਬ ਮਸ਼ੀਨ ਦਾ ਵਿਹਾਰ। ਹੁਣ ਮੈਂ ਆਪਣੀ ਮਸ਼ੀਨ ਨੂੰ ਡਾਂਟ ਵੀ ਸਕਦਾ ਕਿ ਜ਼ਿਆਦਾ ਸ਼ਰਾਰਤ ਨਾ ਕਰੋ, ਤਮੀਜ਼ 'ਚ ਰਹੋ। ਵੈਸੇ ਮਸ਼ੀਨਾਂ ਤਾਂ ਸਾਡੇ ਅਰਮਾਨ ਦੇ ਵਾਂਗ ਵੀ ਨੇ। ਕੀ ਆਖਿਆ? ਅਰਮਾਨ ਦੇ ਵਾਂਗ? ਕੀ ਅਨੂ, ਕਿਹੋ ਜੀ ਗੱਲ ਕਰਦੀ ਹੈ ਤੂੰ? ਕਿੱਥੇ ਬੇਹੂਦੀਆਂ ਮਸ਼ੀਨਾਂ ਤੇ ਕਿੱਥੇ ਸਾਡਾ ਪਿਆਰਾ ਜਿਹਾ ਅਰਮਾਨ? ਓ ਮੰਮੀ, ਮੈਂ ਤਾਂ ਸਿਰਫ ਦੋਹਾਂ ਦੀ ਸਮਝ ਦੇ ਹਿਸਾਬ ਨਾਲ ਇਹ ਗੱਲ ਆਖ ਰਹੀ ਸੀ। ਜਿਵੇਂ ਜਿਵੇਂ ਅਰਮਾਨ ਜ਼ਿਆਦਾ ਚੀਜ਼ਾਂ ਨੂੰ ਵੇਖੇਗਾ, ਸਿੱਖੇਗਾ, ਉਹ ਹੋਰ ਜ਼ਿਆਦਾ ਬੁੱਧੀਮਾਨ ਹੁੰਦਾ ਚਲਾ ਜਾਏਗਾ। ਹਾਂ, ਇਹ ਆਪਣੇ ਆਪ ਹੋ ਜਾਵੇਗਾ। ਤੈਨੂੰ ਇਹਦੇ ਲਈ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਮੰਮੀ, ਤੁਸੀਂ ਵੈਸੇ ਠੀਕ ਆਖਿਆ, ਪਰ ਮਸ਼ੀਨਾਂ 'ਚ ਅਜਿਹਾ ਆਪਣੇ ਆਪ ਨਹੀਂ ਹੁੰਦਾ। ਮਸ਼ੀਨਾਂ ਨੂੰ ਸਿਖਾਉਣ ਦੇ ਲਈ ਕੁਝ ਅਲੱਗ ਤੋਂ ਪ੍ਰਬੰਧ ਵੀ ਕਰਨੇ ਪੈਂਦੇ ਨੇ। ਦਵਿੰਦਰ, ਤੁਸੀਂ ਭੁੱਲ ਗਏ ਜਾਪਦੇ ਹੋ। ਯਾਦ ਹੈ ਜਦੋਂ ਤੁਸੀਂ ਮੋਬਾਈਲ ਫੋਨ 'ਚ ਵੌਇਸ ਰਿਕਗਨੀਸ਼ਨ ਸਿਸਟਮ, ਮਤਲਬ ਕਿ ਆਵਾਜ਼ ਪਛਾਣਨ ਵਾਲਾ ਐਪ ਵੇਖ ਰਹੇ ਸੀ, ਤਾਂ ਫੋਨ ਨੇ ਤੁਹਾਡੇ ਤੋਂ ਕੀ ਪੁੱਛਿਆ ਸੀ? ਸੱਚਮੁੱਚ ਭੁੱਲ ਗਈ, ਕੀ ਪੁੱਛਿਆ ਸੀ? ਉਦੋਂ ਤੁਹਾਨੂੰ ਕੁਝ ਸ਼ਬਦਾਂ ਦਾ ਉਚਾਰਨ ਕਰਨ ਦੇ ਲਈ ਕਿਹਾ ਗਿਆ ਸੀ ਕਿ ਜਿਸ ਨਾਲ ਫੋਨ ਦੇ ਅੰਦਰ ਮੌਜੂਦ ਪ੍ਰੋਗਰਾਮ ਉਚਾਰਨ ਕਰਨ ਦੇ ਤੁਹਾਡੇ ਤਰੀਕੇ ਨੂੰ ਸਮਝ ਲਏ ਤੇ ਆਪਣੀ ਯਾਦਾਸ਼ਤ 'ਚ ਜਮ੍ਹਾਂ ਕਰ ਲਵੇ। ਹਾਂ, ਯਾਦ ਆ ਗਿਆ ਮੈਨੂੰ। ਪਰ ਤੁਹਾਨੂੰ ਤਾਂ ਪਤਾ ਹੀ ਹੈ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਪ੍ਰੋਗਰਾਮ ਇਸਤੇਮਾਲ ਹੀ ਨਹੀਂ ਕਰ ਰਹੀ। ਇਹਦੇ ਨਾਲ ਕੀ ਫਰਕ ਪੈਂਦਾ ਦਵਿੰਦਰ? ਫਿਲਹਾਲ ਤੁਹਾਡੇ ਉਚਾਰਨ ਦਾ ਅੰਦਾਜ਼ ਤਾਂ ਨਹੀਂ ਨਾ ਬਦਲਿਆ। ਇਹੋ ਜਿਹੇ 'ਚ ਪ੍ਰੋਗਰਾਮ ਵੀ ਪਹਿਲਾਂ ਦੇ ਵਾਂਗ ਹੀ ਜਵਾਬ ਦੇਵੇਗਾ। ਇਹ ਤਾਂ ਬਹੁਤ ਹੀ ਮਜ਼ੇਦਾਰ ਹੈ। ਮਜ਼ੇਦਾਰ ਤਾਂ ਹੈ, ਪਰ ਸਭ ਕੁਝ ਇੰਨਾ ਆਸਾਨ ਵੀ ਨਹੀਂ ਹੈ। ਮਸ਼ੀਨਾਂ ਮਨੁੱਖਾਂ ਦੇ ਵਾਂਗ ਤਾਂ ਨਹੀਂ ਕਿ ਜਿਨ੍ਹਾਂ ਨੂੰ ਬੋਲਣ ਦੀ ਬਿਮਾਰੀ ਹੋਵੇ। ਇੱਕ ਵਾਰ ਜੇ ਆਪਣੇ ਸ਼ਬਦ, ਆਵਾਜ਼ ਜਾਂ ਦ੍ਰਿਸ਼ਾਂ ਦੇ ਜ਼ਰੀਏ ਇਹਨਾਂ ਨੂੰ ਜਾਣਕਾਰੀ ਦੇ ਦਿੱਤੀ ਤਾਂ ਉਹ ਇਹਨਾਂ ਦੀ ਮੈਮਰੀ 'ਚ ਸਟੋਰ ਹੋ ਜਾਂਦੀ ਹੈ। ਮਨੁੱਖ ਤੇ ਮਸ਼ੀਨਾਂ 'ਚ ਇਹੀ ਤਾਂ ਵੱਡਾ ਅੰਤਰ ਹੈ। ਹੈਲੋ, ਹਾਂ ਰਿਤੇਸ਼। ਰਿਤੇਸ਼ ਵੀ ਬਸ ਆਪਣੇ ਆਪ ਨੂੰ ਹਮੇਸ਼ਾ ਕੰਮ 'ਚ ਹੀ ਲਾਈ ਰੱਖਦਾ। ਮੰਮੀ, ਇਹ ਤਾਂ ਅੱਜ ਦੀ ਦੌੜ ਭੱਜ ਭਰੀ ਜ਼ਿੰਦਗੀ ਦੀ ਅਸਲੀਅਤ ਹੀ ਹੈ। ਜੇ ਇਦਾਂ ਨਾ ਕਰੀਏ ਤਾਂ ਫਿਰ ਲਾਪਰਵਾਹ ਹੋਣ ਦਾ ਠੱਪਾ ਵੀ ਤਾਂ ਲੱਗ ਜਾਂਦਾ ਹੈ, ਜਿਹੜਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਕਦੇ ਕਦੇ ਤਾਂ ਬਹੁਤ ਹੀ ਅਜੀਬ ਜਿਹਾ ਲੱਗਦਾ ਹੈ। ਸਾਲਾਂ ਬੱਧੀ ਇੱਕੋ ਜਿਹੀ ਰੂਟੀਨ, ਇੱਕੋ ਜਿਹੀ ਦਿਨਚਰਿਆ, ਉਹੀ ਓਵਰਟਾਈਮ ਤੇ ਖਾਣਾ ਖਾਣ ਦੀ ਵੀ ਵੇਲ ਨਹੀਂ। ਪਾਪਾ ਜੀ, ਇੱਕ ਵਾਰ ਤਾਂ ਰਿਤੇਸ਼ ਨੂੰ ਮਨੋਵਿਗਿਆਨਕ ਮਸ਼ਵਰੇ ਦੀ ਵੀ ਜ਼ਰੂਰਤ ਲੱਗੀ ਤੇ ਉਹਨਾਂ ਨੇ ਇਸ ਦੇ ਲਈ ਪ੍ਰੋਗਰਾਮ ਵੀ ਡਾਊਨਲੋਡ ਕੀਤਾ ਸੀ। ਕੀ ਕਿਹਾ? ਕੰਪਿਊਟਰ ਪ੍ਰੋਗਰਾਮ ਦੀ ਮਦਦ ਨਾਲ ਮਨੋਵਿਗਿਆਨਿਕ ਮਸ਼ਵਰਾ? ਕਿਹੋ ਜਿਹਾ ਜ਼ਮਾਨਾ ਆ ਗਿਆ। ਉਹ ਮੰਮੀ, ਪੂਰੀ ਗੱਲ ਤਾਂ ਸੁਣ ਲਓ। ਹਮੇਸ਼ਾ ਹੀ ਸਭ ਕੁਝ ਬਦਲਦਾ ਰਹਿੰਦਾ ਹੈ ਤੇ ਇਹੀ ਤਾਂ ਦੁਨੀਆ ਦਾ ਨਿਯਮ ਹੈ। ਅੱਛਾ, ਇਹ ਗਿਆਨ ਤਾਂ ਮੈਨੂੰ ਵੀ ਹੈ। ਇਹ ਦੱਸੋ ਕਿ ਫਿਰ ਉਸ ਪ੍ਰੋਗਰਾਮ ਦਾ ਕੀ ਹੋਇਆ? ਸ਼ੁਰੂਆਤੀ ਦਿਨਾਂ 'ਚ ਤਾਂ ਉਹ ਪ੍ਰੋਗਰਾਮ ਬਹੁਤ ਮਜ਼ੇਦਾਰ ਲੱਗਿਆ।
ਇਹਦੇ 'ਚ ਲਿਖ ਕੇ ਆਪਣੀ ਗੱਲ ਰੱਖਣੀ ਪੈਂਦੀ ਸੀ, ਨਾ ਕਿ ਬੋਲ ਕੇ। ਜਦੋਂ ਇਹਦੇ 'ਚ ਅਸੀਂ ਲਿਖਿਆ ਕਿ ਮੈਂ ਡਿਪਰੈਸ਼ਨ ਮਹਿਸੂਸ ਕਰ ਰਿਹਾ, ਤਾਂ ਮੇਰੇ ਤੋਂ ਪੁੱਛਿਆ ਗਿਆ ਅਜਿਹਾ ਕਿਉਂ ਹੈ। ਇਸ ਦੇ ਬਾਅਦ ਅਸੀਂ ਆਪਣੇ ਡਿਪਰੈਸ਼ਨ ਦੇ ਉਹ ਕਾਰਨ ਲਿਖਣੇ ਸੀ ਜਿਹੜੇ ਸਾਨੂੰ ਸਮਝ 'ਚ ਆਉਂਦੇ, ਜਿਵੇਂ ਕਿ ਬਹੁਤ ਜ਼ਿਆਦਾ ਕੰਮ, ਜਾਂ ਸਮਾਜਿਕ ਜ਼ਿੰਦਗੀ ਦੇ ਕਟਾਅ, ਜਾਂ ਫਿਰ ਕੰਮਕਾਜ 'ਚ ਵਾਧਾ ਨਾ ਹੋਣਾ। ਦੀਦੀ, ਇਸ ਦੇ ਬਾਅਦ ਪ੍ਰੋਗਰਾਮ ਨੇ ਕੀ ਜਵਾਬ ਦਿੱਤਾ? ਉਹਨੇ ਸਾਨੂੰ ਉਹ ਸਾਰੀਆਂ ਚੰਗੀਆਂ ਗੱਲਾਂ ਦੱਸੀਆਂ ਜਿਹੜੀਆਂ ਕੋਈ ਵੀ ਮਨੁੱਖ ਕਹਿੰਦਾ ਸੀ। ਹਾਂ, ਉਹਨੇ ਸਾਨੂੰ ਥੋੜੀ ਬਹੁਤ ਕਸਰਤ ਕਰਨ, ਮੈਡੀਟੇਸ਼ਨ ਦੀ ਸਲਾਹ ਦਿੱਤੀ ਤਾਂ ਕਿ ਡਿਪਰੈਸ਼ਨ ਨੂੰ ਦੂਰ ਕੀਤਾ ਜਾ ਸਕੇ। ਵਾਹ ਬੇਟੇ ਵਾਹ, ਇਹ ਤਾਂ ਬੜਾ ਸ਼ਾਨਦਾਰ ਪ੍ਰੋਗਰਾਮ ਸੀ ਫਿਰ। ਬੇਸ਼ੱਕ ਪਾਪਾ ਜੀ, ਪਰ ਕੁਝ ਦਿਨ ਬਾਅਦ ਜਦੋਂ ਅਸੀਂ ਕੁਝ ਮੁਸ਼ਕਿਲ ਸਵਾਲ ਪੁੱਛੇ ਤਾਂ ਉਹ ਅਗਲ-ਬਗਲ ਝਾਂਕਣ ਲੱਗਿਆ। ਅੱਛਾ, ਅਜਿਹਾ ਕੀ ਹੋਇਆ ਦੀਦੀ? ਦਰਅਸਲ ਫਿਰ ਉਹ ਹਮੇਸ਼ਾ ਇੱਕੋ ਜਿਹਾ ਹੀ ਜਵਾਬ ਦੇਣ ਲੱਗਿਆ। ਸਾਡੀ ਵੀ ਸਮਝ ਆ ਗਿਆ ਕਿ ਹੁਣ ਇਹਦੇ ਜਵਾਬਾਂ ਦਾ ਭੰਡਾਰ ਖਤਮ ਹੋ ਗਿਆ। ਜਿਸ ਰਫ਼ਤਾਰ ਨਾਲ ਅਸੀਂ ਸਵਾਲ ਪੁੱਛਦੇ, ਉਹ ਜਵਾਬ ਦੇ ਹੀ ਨਹੀਂ ਪਾਉਂਦਾ ਸੀ। ਇੱਕ ਦਿਨ ਤਾਂ ਬਹੁਤ ਮਜ਼ਾ ਆਇਆ ਬਬਲੂ। ਕੀ ਹੋਇਆ ਸੀ ਅਨੂ ਬੇਟਾ? ਮੈਂ ਗੁੱਸੇ 'ਚ ਲਿਖਿਆ ਕਿ ਉਹ ਇੱਕ ਬੇਵਕੂਫ ਕਾਉਂਸਲਰ ਹੈ ਤੇ ਉਹਨੂੰ ਕੁਝ ਨਹੀਂ ਆਉਂਦਾ, ਤਾਂ ਉਹਨੇ ਜਵਾਬ 'ਚ ਉਲਟਾ ਮੈਨੂੰ ਹੀ ਬੇਵਕੂਫ ਦੱਸ ਦਿੱਤਾ। ਟਿਟ ਫॉर ਟੈਟ। ਦਰਅਸਲ ਉਹ ਪ੍ਰੋਗਰਾਮ ਬਹੁਤ ਛੋਟੇ ਡੇਟਾਬੇਸ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੋਣਾ, ਇਸ ਕਰਕੇ ਉਹਦੇ ਜਵਾਬ ਜਲਦੀ ਖਤਮ ਹੋ ਗਏ। ਹਾਂਜੀ ਪਾਪਾ, ਉਹ ਵੀ ਇੱਕ ਕਿਸਮ ਦੀ ਨੈਰੋ ਆਰਟੀਫੀਸ਼ੀਅਲ ਇੰਟੈਲੀਜੈਂਸ ਹੀ ਸੀ, ਪਰ ਅੱਜ ਦੇ ਦੌਰ ਨਾਲ ਉਹਦੀ ਤੁਲਨਾ ਕਰੀਏ ਤਾਂ ਉਹ ਕਾਫੀ ਸ਼ੁਰੂਆਤੀ ਪੱਧਰ ਦਾ ਪ੍ਰੋਗਰਾਮ ਸੀ। ਹਕੀਕਤ ਤਾਂ ਇਹ ਵੀ ਹੈ ਕਿ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰੋਗਰਾਮ ਜਾਂ ਮਸ਼ੀਨ ਨੈਰੋ AI ਦੇ ਦਾਇਰੇ ਤੋਂ ਜ਼ਿਆਦਾ ਅੱਗੇ ਨਹੀਂ ਜਾ ਸਕੀ। ਨੈਰੋ AI? ਮੈਂ ਕੁਝ ਸਮਝਿਆ ਨਹੀਂ ਦੀਦੀ। ਦਰਅਸਲ ਨੈਰੋ AI ਇੱਕ ਤੈਅਸ਼ੁਦਾ ਦਾਇਰੇ 'ਚ ਹੀ ਕੰਮ ਕਰਦੀ ਹੈ, ਭਾਵੇਂ ਉਹ ਸਾਨੂੰ ਬਹੁਤ ਵਧੀਆ ਨਜ਼ਰ ਆਉਂਦੀ ਹੋਵੇ, ਜਿਵੇਂ ਗੂਗਲ ਅਸਿਸਟੈਂਟ, ਗੂਗਲ ਟਰਾਂਸਲੇਟ, ਸੀਰੀ ਤੇ ਦੂਜੇ ਲੈਂਗੁਏਜ ਟੂਲ ਨੈਰੋ AI ਦੇ ਉਦਾਹਰਣ ਨੇ। ਬਬਲੂ, ਤੈਨੂੰ ਕੋਈ ਸਮਝ 'ਚ ਆਇਆ ਬੇਟੇ? ਪਿਤਾ ਜੀ, ਮੈਂ ਤਾਂ ਅਜੇ ਵੀ ਸਮਝਣ ਦੀ ਕੋਸ਼ਿਸ਼ ਕਰਨ 'ਚ ਲੱਗਾ ਹੋਇਆ। ਹੁਣ ਇਹ ਸਭ ਕੁਝ ਭੁੱਲ ਜਾ ਬੇਟੇ, ਆਪਣੇ ਰੋਬੋਟ ਤੇ ਧਿਆਨ ਦੇ। ਹਾਂ, ਸਹੀ ਕਿਹਾ ਪਾਪਾ ਜੀ, ਆਪਣੇ ਰੋਬੋਟ ਨੂੰ ਤਾਂ ਮੈਂ ਭੁੱਲ ਹੀ ਗਿਆ ਸੀ। ਬਬਲੂ, ਮੰਨ ਲਓ ਕਿ ਤੁਹਾਡੇ ਰੋਬੋਟ 'ਚ AI ਦਾ ਇਸਤੇਮਾਲ ਹੁੰਦਾ ਤੇ ਉਸ 'ਚ ਇਸ ਤਰ੍ਹਾਂ ਦੇ ਨਿਰਦੇਸ਼ ਦਰਜ ਹੁੰਦੇ ਕਿ ਰੋਬੋਟ ਹੌਲੀ-ਹੌਲੀ ਮੁੜੇ, ਧੁਰੀ ਤੇ ਸਿੱਧਾ ਵੀ ਰਹੇ, ਤਾਂ ਕਿਵੇਂ ਰਹਿੰਦਾ ਪੁੱਤਰ? ਇਹ ਤਾਂ ਜ਼ਬਰਦਸਤ ਰਹਿੰਦਾ ਪਿਤਾ ਜੀ, ਪਰ ਮੈਂ ਅਜਿਹਾ ਭਲਾ ਕਿਵੇਂ ਕਰ ਸਕਾਂਗਾ? ਇਸ ਦੇ ਲਈ ਤਾਂ ਸਾਨੂੰ ਕੁਝ ਮੁਸ਼ੱਕਤ ਕਰਨੀ ਪਏਗੀ, ਤੇ ਇਹੋ ਜਿਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਤਾਂ ਇੱਕ ਤਰ੍ਹਾਂ ਨਾਲ ਨੈਰੋ AI ਹੀ ਹੈ। ਪਾਪਾ ਜੀ, ਜੇਕਰ ਅਸੀਂ ਰੋਬੋਟ 'ਚ ਕੁਝ ਜ਼ਿਆਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਲਗਾ ਲਈਏ ਤੇ ਉਹ ਟ੍ਰੈਫਿਕ ਲਾਈਟਸ, ਸਾਈਨ ਪੋਸਟ ਵਗੈਰਾ ਨੂੰ ਪਛਾਣਨ ਲੱਗੇ, ਫਿਰ ਵੀ ਉਸ ਨੂੰ ਨੈਰੋ AI ਕਿਹਾ ਜਾਏਗਾ? ਦੇਖ ਬਬਲੂ, ਨੈਰੋ AI ਨੂੰ ਵੀਕ AI ਵੀ ਕਿਹਾ ਜਾਂਦਾ ਹੈ। ਹਾਲਾਂਕਿ ਇਹਨਾਂ ਸ਼ਬਦਾਂ ਨਾਲ ਜ਼ਿਆਦਾ ਫਰਕ ਤਾਂ ਨਹੀਂ ਪੈਂਦਾ। ਹਕੀਕਤ ਵਿੱਚ ਤਾਂ ਇਹਨਾਂ ਹੀ ਨੈਰੋ ਜਾਂ ਵੀਕ AI ਦੀ ਬਦੌਲਤ ਅਸੀਂ ਰੋਜ਼ਾਨਾ ਦੇ ਉਹ ਕੰਮ ਮਸ਼ੀਨਾਂ ਤੋਂ ਕਰਵਾ ਸਕਦੇ ਹਾਂ ਜਿਨ੍ਹਾਂ ਤੋਂ ਅਸੀਂ ਅਕੇਵਾਂ ਮਹਿਸੂਸ ਕਰਦੇ ਹਾਂ। ਓਹ, ਮੈਂ ਸੋਚ ਰਹੀ ਸੀ ਕਿ ਕਾਸ਼ ਕੋਈ ਇਹੋ ਜਿਹੀ ਦਿਮਾਗਦਾਰ ਮਸ਼ੀਨ ਵੀ ਹੁੰਦੀ ਜਿਹੜੀ ਡਾਈਨਿੰਗ ਟੇਬਲ ਤੇ ਪਲੇਟਾਂ ਸਜਾਉਂਦੀ, ਉਹਨਾਂ 'ਚ ਖਾਣਾ ਪਰੋਸਦੀ ਤੇ ਫਿਰ ਸਾਨੂੰ ਖਾਣ ਲਈ ਬੁਲਾਉਂਦੀ। ਵਾਹ ਤੁਸੀਂ ਮੰਮੀ, ਤੁਸੀਂ ਵੀ ਕੀ ਖੂਬ ਕਿਹਾ। ਵੈਸੇ ਅਸੀਂ ਤੁਹਾਡਾ ਇਸ਼ਾਰਾ ਸਮਝ ਗਏ ਸੀ। ਆਓ ਬਬਲੂ, ਚਲੋ ਪਾਪਾ, ਖਾਣਾ ਲਗਾਉਣ 'ਚ ਮੰਮੀ ਦੀ ਕੁਝ ਮਦਦ ਕਰਦੇ ਹਾਂ। ਹਾਂ ਚਲੋ ਬਈ, 10:30 ਵੱਜ ਗਏ ਨੇ ਬੇਟਾ। ਮੈਨੂੰ ਬੜੀ ਖੁਸ਼ੀ ਹੈ ਕਿ ਕੁਦਰਤੀ ਮਸ਼ੀਨਾਂ ਮੇਰੀ ਮਦਦ ਦੇ ਲਈ ਆ ਰਹੀਆਂ ਨੇ। ਕੀ ਅਜਿਹੇ ਰੋਬੋਟ ਦਾ ਇਸਤੇਮਾਲ ਚੱਟਾਨੀ ਜਾਂ ਪਹਾੜੀ ਇਲਾਕਿਆਂ 'ਚ ਵੀ ਹੋ ਸਕਦਾ ਹੈ? ਮੇਰੇ ਰੋਬੋਟ ਦੀ ਸ਼ਕਤੀ ਜ਼ਿਆਦਾ ਤਾਂ ਹੈ ਨਹੀਂ, ਪਰ ਕੁਝ ਫੇਰ-ਬਦਲ ਕਰਕੇ ਇਸ ਨੂੰ ਪਹਾੜੀ ਇਲਾਕਿਆਂ 'ਚ ਵੀ ਚੱਲਣ ਲਾਇਕ ਬਣਾਇਆ ਜਾ ਸਕਦਾ ਹੈ। ਕਿਸ ਤਰ੍ਹਾਂ ਦੇ ਫੇਰ ਬਦਲ ਦੀ ਗੱਲ ਕਰ ਰਹੇ ਹੋ ਤੁਸੀਂ? ਸਭ ਤੋਂ ਪਹਿਲਾਂ ਤਾਂ ਇਸ ਦੇ ਢਾਂਚੇ 'ਚ ਬਦਲਾਅ ਕਰਕੇ ਇਸ ਨੂੰ ਹੋਰ ਮਜ਼ਬੂਤ ਬਣਾਉਣਾ ਹੋਏਗਾ, ਤੇ ਫਿਰ ਫੇਰ ਕੀ? ਮੈਨੂੰ ਲੱਗਦਾ ਹੈ ਕਿ ਸਾਨੂੰ AI ਦੀ ਮਦਦ ਵੀ ਲੈਣੀ ਹੋਏਗੀ। ਤੁਹਾਡਾ ਮਤਲਬ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਹੈ? ਹਾਂਜੀ, ਉਬੜ-ਖਾਬੜ ਰਸਤਿਆਂ ਤੇ ਰੋਬੋਟ ਤਾਂ ਹੀ ਵਧੀਆ ਤਰੀਕਿਆਂ ਨਾਲ ਚੱਲ ਸਕਦਾ ਹੈ ਜਦੋਂ ਕਿ ਉਹ ਆਪ ਫੈਸਲਾ ਕਰਨ ਦੀ ਤਾਕਤ ਰੱਖਦਾ ਹੋਵੇ, ਤੇ ਅਜਿਹਾ ਸਿਰਫ AI ਨਾਲ ਹੀ ਸੰਭਵ ਹੈ। ਸ਼ਾਬਾਸ਼ ਬੇਟੇ। ਮੈਂ ਇੱਕ ਕਾਲਜ 'ਚ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਦਾ ਪ੍ਰੋਫੈਸਰ ਹਾਂ। ਤੁਸੀਂ ਆਪਣੇ ਜਵਾਬ ਨਾਲ ਮੇਰਾ ਦਿਲ ਜਿੱਤ ਲਿਆ, ਪਰ ਜ਼ਰਾ ਇਹ ਦੱਸੋ
ਕਿ ਇਸ 'ਚ ਤੁਸੀਂ ਕਿਸ ਤਰ੍ਹਾਂ ਦੀ AI ਦਾ ਇਸਤੇਮਾਲ ਕਰੋਗੇ। ਮੈਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ ਮੇਰੀ ਦੀਦੀ ਦੱਸ ਰਹੀ ਸੀ ਕਿ ਸ਼ਾਇਦ ਨੈਰੋ ਜਾਂ ਵੀਕ AI ਦਾ ਇਸਤੇਮਾਲ ਕਰਨਾ ਹੋਏਗਾ। ਤੁਹਾਡੀ ਦੀਦੀ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਫੀਲਡ 'ਚ ਹੀ ਹੈ। ਨਹੀਂ, ਦਰਅਸਲ ਉਹ ਇਹੀ ਹੈ। ਦੀਦੀ, ਆ ਰਹੀ ਆ ਬਬਲੂ, ਕੋਈ ਦਿੱਕਤ ਹੈ? ਓਹ ਨਮਸਤੇ ਸਰ, ਤੁਸੀਂ ਇੱਥੇ ਕਿਵੇਂ? ਉਹ ਅਨਾਮਿਕਾ ਇਹ ਤੁਹਾਡਾ ਭਰਾ ਹੈ? ਜੀ ਸਰ। ਬਬਲੂ, ਇਹਨੇ ਪ੍ਰੋਫੈਸਰ ਦੀਕਸ਼ਿਤ AI ਦੇ ਬਹੁਤ ਵੱਡੇ ਜਾਣਕਾਰ। BSc ਦੇ ਦੌਰਾਨ ਮੈਨੂੰ ਇਹਨਾਂ ਦੇ ਨਾਲ ਇੱਕ ਪ੍ਰੋਜੈਕਟ 'ਚ ਕੰਮ ਕਰਨ ਦਾ ਮੌਕਾ ਮਿਲਿਆ ਸੀ। ਉਹ ਤਾਂ ਬੇਟਾ AI ਦੀ ਇੱਕ ਛੋਟੀ ਜਿਹੀ ਝਲਕ ਸੀ। ਉਦੋਂ ਅਸੀਂ ਐਲਗੋਰਿਦਮ ਨਾਲ ਸਿਰਫ ਜਾਣ ਪਛਾਣੀ ਤਾਂ ਕੀਤੀ ਸੀ ਤੇ ਆਮ ਸੈਂਸਰ ਦਾ ਇਸਤੇਮਾਲ ਕੀਤਾ ਸੀ। ਸਰ ਮੈਨੂੰ ਤਾਂ ਉਸੇ ਤੋਂ ਹੀ ਹੌਸਲਾ ਮਿਲਿਆ ਸੀ ਕੁਝ ਨਵਾਂ ਸਿੱਖਣ ਦਾ। ਉਦੋਂ ਤੋਂ ਮੇਰੀ ਦਿਲਚਸਪੀ AI 'ਚ ਬਣੀ ਹੋਈ ਹੈ। ਹੁਣ ਮੇਰੀ ਸਮਝ 'ਚ ਆ ਗਿਆ ਕਿ ਬਬਲੂ ਨੇ ਆਪਣੀ ਦੀਦੀ ਦਾ ਜ਼ਿਕਰ ਕਿਉਂ ਕੀਤਾ ਸੀ। ਬਈ ਮੈਨੂੰ ਅਨਾਮਿਕਾ ਖੁਸ਼ੀ ਹੈ, ਤੁਹਾਡੀ ਸੰਗਤ ਦਾ ਅਸਰ ਹੋ ਰਿਹਾ ਤੁਹਾਡੇ ਭਰਾ ਤੇ। ਸਭ ਤੁਹਾਡਾ ਆਸ਼ੀਰਵਾਦ ਹੈ ਸਰ। ਮੈਂ ਸੁਣਿਆ ਕਿ ਤੁਹਾਡਾ ਵਿਆਹ ਹੋ ਗਿਆ। ਅਨਾਮਿਕਾ, ਤੁਸੀਂ ਅਜੇ ਕੁਝ ਦਿਨ ਇੱਥੇ ਹੀ ਹੋ? ਹਾਂਜੀ ਸਰ, ਮੈਂ ਆਪਣੀ ਪੜ੍ਹਾਈ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਅਗਲੇ ਹਫਤੇ ਤੋਂ MSc ਫਾਈਨਲ ਈਅਰ ਦੇ ਪੇਪਰ ਵੀ ਸ਼ੁਰੂ ਨੇ। ਬਹੁਤ ਵਧੀਆ, ਇਹ ਤੁਸੀਂ ਬਹੁਤ ਚੰਗਾ ਕੀਤਾ। ਪ੍ਰੀਖਿਆਵਾਂ ਤੋਂ ਬਾਅਦ ਜੇਕਰ ਹੋ ਸਕੇ ਤਾਂ ਤੁਸੀਂ ਇੱਕ ਦਿਨ ਮੇਰੀ ਲੈਬ 'ਚ ਜ਼ਰੂਰ ਆਣਾ। ਮੈਂ ਤੁਹਾਨੂੰ ਬਹੁਤ ਹੀ ਸ਼ਾਨਦਾਰ ਚੀਜ਼ਾਂ ਵਿਖਾਵਾਂਗਾ। ਸਰ, ਨੈਰੋ AI ਵੀ ਵਿਖਾਓਗੇ? ਦੇਖੋ ਬੇਟਾ, ਨੈਰੋ AI ਦਾ ਠੀਕ ਉਲਟ ਹੈ ਜਰਨਲ AI। ਹਾਲਾਂਕਿ ਦੁਨੀਆ ਦੀ ਕੋਈ ਵੀ ਮਸ਼ੀਨ ਹਜੇ ਉਸ ਪੱਧਰ ਤੇ ਨਹੀਂ ਪਹੁੰਚੀ। ਮੈਂ ਤੁਹਾਨੂੰ ਇੱਕ ਅਜਿਹਾ ਪ੍ਰੋਗਰਾਮ ਦਿਖਾਵਾਂਗਾ ਜਿਹੜਾ ਕਿ ਸ਼ਤਰੰਜ ਖੇਡ ਸਕਦਾ ਹੈ, ਤੇ ਉਹ ਵੀ ਬਹੁਤ ਵਧੀਆ ਅੰਦਾਜ਼ 'ਚ। ਪਰ ਸਰ ਮੈਨੂੰ ਤਾਂ ਸ਼ਤਰੰਜ ਖੇਡਣਾ ਆਉਂਦਾ ਹੀ ਨਹੀਂ। ਤਾਂ ਵੀ ਬੇਟਾ ਕੋਈ ਪਰੇਸ਼ਾਨੀ ਦੀ ਗੱਲ ਨਹੀਂ। ਸਾਡੇ ਕਾਲਜ 'ਚ ਹੁਣ ਕੁਝ ਐਸੇ ਬੱਚੇ ਨੇ ਜਿਹੜੇ ਬਹੁਤ ਵਧੀਆ ਸ਼ਤਰੰਜ ਖੇਡਦੇ ਨੇ। ਉਹਨਾਂ 'ਚੋਂ ਇੱਕ ਤਾਂ ਜੂਨੀਅਰ ਸਟੇਟ ਚੈਂਪੀਅਨ ਵੀ ਹੈ। ਤੁਸੀਂ ਉੱਥੇ ਬੈਠ ਕੇ ਦੇਖ ਸਕਦੇ ਹੋ ਕਿ ਮਨੁੱਖੀ ਚਾਲਾਂ ਦਾ ਜਵਾਬ ਕੰਪਿਊਟਰ ਪ੍ਰੋਗਰਾਮ ਕਿਸ ਤਰ੍ਹਾਂ ਦਿੰਦਾ ਹੈ। ਸਰ, ਮੈਂ ਇੱਕ ਵਾਰ ਟੀਵੀ 'ਚ ਵੇਖਿਆ ਸੀ, ਉਦੋਂ ਵਿਸ਼ਵਨਾਥਨ ਆਨੰਦ ਦਾ ਮੁਕਾਬਲਾ ਕੰਪਿਊਟਰ ਨਾਲ ਹੋਇਆ ਸੀ। ਹਾਂ ਬੇਟੇ, ਕਾਫੀ ਸਮੇਂ ਪਹਿਲਾਂ ਦੀ ਗੱਲ ਹੈ। ਡੀਪ ਬਲੂ ਨਾਮ ਦੇ ਕੰਪਿਊਟਰ ਪ੍ਰੋਗਰਾਮ ਨੇ ਗੈਰੀ ਕਾਸਪਰਵ ਨੂੰ ਮਾਤ ਦਿੱਤੀ ਸੀ ਤੇ ਰਿਬੇਲ ਨੇ ਤਾਂ ਵਿਸ਼ਵਨਾਥ ਆਨੰਦ ਨੂੰ ਹਰਾ ਦਿੱਤਾ ਸੀ। ਇਹ 9ਵੇਂ ਦਹਾਕੇ ਦੀ ਗੱਲ ਹੈ। ਉਦੋਂ ਤਾਂ ਤੁਹਾਡਾ ਹਜੇ ਜਨਮ ਵੀ ਨਹੀਂ ਹੋਇਆ ਹੋਵੇਗਾ। ਸਰ, ਕੀ ਅਜਿਹੇ ਹੀ ਕੰਪਿਊਟਰ ਤੁਹਾਡੀ ਲੈਬ 'ਚ ਵੀ ਨੇ? ਬੇਟਾ, ਸਾਡੇ ਕੰਪਿਊਟਰ ਤਾਂ ਉਸ ਦੌਰ ਦੇ ਕੰਪਿਊਟਰਾਂ ਦੇ ਮੁਕਾਬਲੇ ਤੋਂ ਕਿਤੇ ਜ਼ਿਆਦਾ ਤਾਕਤਵਰ ਨੇ। ਹੁਣ ਤਾਂ ਮਸ਼ੀਨਾਂ 'ਚ ਡੀਪ ਲਰਨਿੰਗ ਕਨਸੈਪਟ ਦੀ ਵੀ ਗੱਲ ਹੋ ਰਹੀ ਹੈ। ਜਦੋਂ ਤੁਸੀਂ ਮੇਰੀ ਹੁਣ ਲੈਬ 'ਚ ਆਓਗੇ ਨਾ, ਮੈਂ ਇਸ 'ਤੇ ਜ਼ਿਆਦਾ ਗੱਲ ਕਰਾਂਗਾ। ਅਨਾਮਿਕਾ ਬੇਟੇ, ਦੇਖੋ ਆਪਣੇ ਭਰਾ ਨੂੰ ਨਾਲ ਲਿਆਣਾ ਨਹੀਂ ਭੁੱਲਣਾ। ਠੀਕ ਹੈ ਸਰ। ਮੈਨੂੰ ਲੱਗਦਾ ਉਹ ਕਾਫੀ ਹੁਸ਼ਿਆਰ ਹੈ। ਹਾਂਜੀ ਸਰ, ਕੁਦਰਤੀ ਹੁਸ਼ਿਆਰ। ਮੇਰੀ ਮੰਮੀ ਵੀ ਅਜਿਹਾ ਹੀ ਕਹਿੰਦੀ ਹੈ। ਨੋਟ ਕਰੋ ਇਸ ਕੜੀ ਵਿੱਚ ਪੁੱਛੇ ਜਾਣ ਵਾਲੇ ਸਵਾਲ। ਸਵਾਲ ਨੰਬਰ 1, ਐਲਗੋਰਿਦਮ ਕੀ ਹੈ? ਸਵਾਲ ਨੰਬਰ 2, ਸਾਡੇ ਰੋਜ਼ਾਨਾ ਜੀਵਨ ਦੇ ਰੋਬੋਟਾਂ ਵਿੱਚ ਕਿਹੜੀ AI ਵਰਤੀ ਜਾਂਦੀ ਹੈ? ਸਵਾਲਾਂ ਦੇ ਜਵਾਬ ਭੇਜਣ ਲਈ ਸਾਡਾ ਪਤਾ ਨੋਟ ਕਰੋ। ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ 144001। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ 17ਵੀਂ ਕੜੀ। ਮੂਲ ਲੇਖਨ ਡਾਕਟਰ ਮਾਨਸ ਪ੍ਰੀਤਮ ਦਾਸ, ਲੜੀਵਾਰ ਸੰਯੋਜਕ ਡਾਕਟਰ BK ਤਿਆਗੀ, ਪੰਜਾਬੀ ਰੂਪਾਂਤਰ ਤੇ ਖੋਜ ਭਾਰਤ ਗਿਆਨ ਵਿਗਿਆਨ ਸਮਿਤੀ ਪੰਜਾਬ ਤੇ ਚੰਡੀਗੜ੍ਹ। ਭਾਗ ਲੈਣ ਵਾਲੇ ਕਲਾਕਾਰ ਸੁਰਿੰਦਰ ਬਾਟ, ਸੁਨੀਲ ਜੋਸ਼ੀ, ਅਨਿਲ ਸ਼ਰਮਾ, ਕਰਨ, ਕੁਸੁਮ, ਕਵਿਤਾ, ਗੁਰਜੀਤ ਕੌਰ ਤੇ ਨੀਤੂ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ, ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।